ਹੈਲੋ ਸਟੂਡੈਂਟਸ, ਸਿਸਟਮ ਸੌਫਟਵੇਅਰ 'ਚ ਆਪਾਂ ਸਟੱਡੀ ਕਰ ਰਹੇ ਸੀ ਕੰਪਾਈਲਰਸ। ਸੋ ਕੰਪਾਈਲੇਸ਼ਨ ਪ੍ਰੋਸੈਸ 'ਚ ਆਪਾਂ ਨੂੰ ਪਤਾ ਹੈ ਕਿ 6 ਫੇਜ਼ਿਸ ਹੁੰਦੀਆਂ ਨੇ। ਕੰਪਾਈਲੇਸ਼ਨ ਪ੍ਰੋਸੈਸ ਪੂਰਾ 6 ਫੇਜ਼ਿਸ ਦੇ ਵਿੱਚ ਡਿਵਾਈਡ ਹੋਇਆ ਹੈ। ਸੋ ਲਾਸਟ ਲੈਕਚਰ 'ਚ ਆਪਾਂ ਇਹਦੀਆਂ ਪਹਿਲੀਆਂ ਫਰਸਟ 2 ਫੇਜ਼ਿਸ ਦੇਖੀਆਂ ਸੀ, ਦੈਟ ਇਜ਼ ਲੈਕਸੀਕਲ ਐਨਾਲਿਸਿਸ ਐਂਡ ਸਿੰਟੈਕਸ ਐਨਾਲਿਸਿਸ। ਸੋ ਲੈਕਸੀਕਲ ਐਂਡ ਸਿੰਟੈਕਸ ਐਨਾਲਿਸਿਸ ਤੋਂ ਬਾਅਦ ਇਹਦੀ ਥਰਡ ਫੇਜ਼ ਹੈ ਇੰਟਰਮੀਡੀਏਟ ਕੋਡ ਜਨਰੇਸ਼ਨ। ਸੋ ਲੈਕਸੀਕਲ ਐਂਡ ਸਿੰਟੈਕਸ ਐਨਾਲਿਸਿਸ ਤੋਂ ਬਾਅਦ, ਜਿਹਨੂੰ ਆਪਾਂ ਐਨਾਲਿਸਿਸ ਫੇਜ਼ ਵੀ ਕਹਿ ਸਕਦੇ ਹਾਂ, ਉਸ ਤੋਂ ਬਾਅਦ ਸਿੰਥੇਸਿਸ ਫੇਜ਼ ਹੁੰਦੀ ਹੈ। ਸੋ ਇੰਟਰਮੀਡੀਏਟ ਕੋਡ ਜਨਰੇਸ਼ਨ ਕੀ ਹੈ? ਦੋਨਾਂ ਦੇ ਵਿੱਚ ਇੱਕ ਬ੍ਰਿਜ ਦਾ ਕੰਮ ਕਰਦਾ ਹੈ। ਦੇਖੋ, ਇਨ ਦੀ ਐਨਾਲਿਸਿਸ ਸਿੰਥੇਸਿਸ ਮੋਡਲ ਆਫ ਏ ਕੰਪਾਈਲਰ, the front end translates a source program into an intermediate representation. So जो source program ਹੁੰਦਾ ਆਪਣਾ ਹਾਈ ਲੈਵਲ ਲੈਂਗੁਏਜ 'ਚ ਲਿਖਿਆ ਗਿਆ ਹੈ, ਉਹਨੂੰ ਆਪਾਂ ਪਹਿਲਾਂ ਕਿਸ 'ਚ ਕਨਵਰਟ ਕਰਦੇ ਹਾਂ? ਇੰਟਰਮੀਡੀਏਟ ਰਿਪਰੈਜ਼ੈਂਟੇਸ਼ਨ 'ਚ। ਐਂਡ ਬੈਕ ਐਂਡ ਜਨਰੇਟ ਦੀ ਟਾਰਗੇਟ ਕੋਡ। ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਫੇਜ਼ਿਸ ਨੇ, ਉਹਨੂੰ ਆਪਾਂ ਬੈਕ ਐਂਡ ਕਹਿ ਸਕਦੇ ਹਾਂ। ਸੋ ਉੱਥੇ ਕੀ ਆਪਣਾ ਟਾਰਗੇਟ ਕੋਡ ਜਨਰੇਟ ਹੋਏਗਾ, ਦੈਟ ਇਜ਼ ਮਸ਼ੀਨ ਲੈਂਗੁਏਜ। So the type of intermediate form generated by compiler depends on the syntactic construction. So that is, it depend upon the type of statement. So ਕਿੱਦਾਂ ਦਾ ਆਪਾਂ intermediate form generate ਕਰਨਾ ਹੈ? ਸੋ ਜੋ intermediate form generate ਹੋਏਗਾ, ਉਹਦੀ ਕੀ ਟਾਈਪ ਹੋਏਗੀ, ਉਹ ਕਿਹਦੇ ਉੱਤੇ ਡਿਪੈਂਡ ਕਰਦਾ ਹੈ? ਆਪਣੀ ਸਟੇਟਮੈਂਟ ਦੀ ਟਾਈਪ ਤੇ, ਜਿਹਨੂੰ ਆਪਾਂ 3 ਕੈਟੇਗਰੀਜ਼ 'ਚ ਡਿਵਾਈਡ ਕਰ ਸਕਦੇ ਹਾਂ, ਦੈਟ ਆਰ ਅਰਥਮੈਟਿਕ ਸਟੇਟਮੈਂਟਸ, ਨੌਨ ਅਰਥਮੈਟਿਕ ਸਟੇਟਮੈਂਟਸ ਐਂਡ ਨੌਨ ਐਗਜ਼ੀਕਿਊਟੇਬਲ ਸਟੇਟਮੈਂਟ। ਸੋ ਇੰਟਰਮੀਡੀਏਟ ਫਾਰਮ ਫॉर ਅਰਥਮੈਟਿਕ ਸਟੇਟਮੈਂਟ ਆਪਾਂ ਪਹਿਲਾਂ ਦੇਖਾਂਗੇ, ਜੋ ਕਿ ਮੋਸਟ ਇੰਪੋਰਟੈਂਟ ਹੈ। ਅਰਥਮੈਟਿਕ ਸਟੇਟਮੈਂਟ ਦੀ ਇੰਟਰਮੀਡੀਏਟ ਫਾਰਮ ਆਪਾਂ ਕਿਵੇਂ ਜਨਰੇਟ ਕਰ ਸਕਦੇ ਹਾਂ? ਉਹਦੇ ਲਈ ਵੀ ਆਪਣੇ ਕੋਲ 3 ਮੈਥਡ ਨੇ। ਕਿਹੜੇ? ਪੋਸਟਫਿਕਸ ਨੋਟੇਸ਼ਨ, ਪਾਰਸ ਟਰੀ ਐਂਡ ਮੈਟ੍ਰਿਕਸ ਔਰ ਟ੍ਰਿਪਲ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪੋਸਟਫਿਕਸ ਨੋਟੇਸ਼ਨ। ਮੇ ਬੀ ਤੁਸੀਂ ਇਹ ਪਹਿਲਾਂ ਸਟੱਡੀ ਕੀਤਾ ਵੀ ਹੋਵੇ ਡਾਟਾ ਸਟਰਕਚਰ 'ਚ ਜਾਂ ਕਿਸੇ ਹੋਰ ਸਬਜੈਕਟ 'ਚ, ਆਈਟੀ ਵਗੈਰਾ 'ਚ। ਸੋ ਪੋਸਟਫਿਕਸ ਨੋਟੇਸ਼ਨ ਸੇਮ ਹੈ ਉਦਾਂ ਹੀ। ਦੇਖੋ, ਪੋਸਟਫਿਕਸ ਨੋਟੇਸ਼ਨ ਕੀ ਹੈ? ਪੋਸਟਫਿਕਸ ਨੋਟੇਸ਼ਨ ਰਿਪਰੈਜ਼ੈਂਟ ਦੀ ਸੋਰਸ ਪ੍ਰੋਗਰਾਮ ਸਟੇਟਮੈਂਟ ਇਨ ਏ ਲੀਨੀਅਰ ਫਾਰਮ। ਇਹਦੇ ਵਿੱਚ ਕੀ ਆਪਾਂ ਲੀਨੀਅਰ ਫਾਰਮ ਦੇ ਵਿੱਚ ਆਪਣੀ ਇਸ ਜੋ ਸਟੇਟਮੈਂਟ ਹੈ ਉਹਨੂੰ ਰਿਪਰੈਜ਼ੈਂਟ ਕਰਦੇ ਹਾਂ। ਇਨ ਪੋਸਟਫਿਕਸ ਨੋਟੇਸ਼ਨ ਈਚ ਆਪਰੇਟਰ ਅਪੀਅਰਸ ਇਮੀਡੀਏਟਲੀ ਆਫਟਰ ਇਟਸ ਲਾਸਟ ਆਪਰੈਂਡ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਰੇਟਰ ਆਪਾਂ ਬਾਅਦ ਵਿੱਚ ਲਿਖਦੇ ਹਾਂ। ਜਿਵੇਂ ਕਿ ਅਗਰ ਆਪਾਂ ਐਗਜ਼ਾਮਪਲ ਲਈਏ ਕਿ ਆਪਣੇ ਕੋਲ a plus b ਹੈ, ਸੋ a plus b ਤਾਂ ਆਪਣੇ ਕੋਲ ਇਨਫਿਕਸ ਨੋਟੇਸ਼ਨ ਹੈ। ਜਨਰਲੀ ਆਪਾਂ ਇਹ ਲਿਖਦੇ ਹਾਂ a plus b, ਯਾਨੀ ਕਿ 2 ਆਪਰੈਂਡਸ ਸਾਈਡ ਤੇ ਇਨ ਬਿਟਵੀਨ ਉਹਨਾਂ ਦੇ ਆਪਰੇਟਰ। ਬਟ ਪੋਸਟਫਿਕਸ ਦੇ ਵਿੱਚ ਆਪਾਂ ਕੀ ਕਰਦੇ ਹਾਂ? ਆਪਰੇਟਰ ਨੂੰ ਆਪਾਂ ਬਾਅਦ 'ਚ ਲਿਖਦੇ ਹਾਂ, ਪਹਿਲਾਂ ਆਪਰੈਂਡਸ a b ਦੈਨ ਪਲੱਸ। ਇਹ ਕੀ ਹੈ? ਪੋਸਟਫਿਕਸ ਨੋਟੇਸ਼ਨ ਹੈ। ਇਹ ਕੀ ਹੈ? ਇਨਫਿਕਸ। ਇਨਫਿਕਸ ਦੇ ਵਿੱਚ ਆਪਾਂ ਆਪਰੇਟਰ ਨੂੰ ਸੈਂਟਰ 'ਚ ਰੱਖਦੇ ਹਾਂ, ਪੋਸਟਫਿਕਸ ਦੇ ਵਿੱਚ ਆਪਾਂ ਆਪਰੇਟਰ ਨੂੰ ਲਾਸਟ ਤੇ ਲੈ ਕੇ ਜਾਂਦੇ ਹਾਂ। ਦੈਟ ਇਜ਼ ਏ ਬਾਈਨਰੀ ਆਪਰੇਟਰ ਅਪੀਅਰਸ ਆਫਟਰ ਇਟਸ ਸੈਕੰਡ ਆਪਰੈਂਡ। ਸੋ ਦੇਖੋ, ਇੱਥੇ ਸੈਕੰਡ ਆਪਰੈਂਡ ਕੀ ਹੈ? b, ਉਸ ਤੋਂ ਬਾਅਦ ਹੀ ਆਪਰੇਟਰ ਅਪੀਅਰ ਹੋ ਰਿਹਾ ਹੈ। Thus, if we have an expression a plus b in postfix notation, we write ab plus. So अगर अपने कोल a plus b है तो अपन उन्हें postfix च किमें लिख दिया ab plus. That is 2 operands followed by the operator. So पहला 2 operands आ गए a and b, उस तो बाद फिर operator. So इधर ही अगर आप एक example लइए कि postfix च ਆਪਾਂ किमें convert कर सकते हैं किसी भी expression। Suppose अपने कोल एक expression है a plus b ਮਲਟੀਪਲਾਈ ਬਾਈ c। ਸੋ ਇੱਥੇ ਦੇਖੋ, ਸਭ ਤੋਂ ਪਹਿਲਾਂ ਆਪਾਂ ਕੀ ਸੋਲਵ ਕਰਦੇ ਹਾਂ? ਅਗਰ ਆਪਾਂ ਇਹਨੂੰ ਇਨਫਿਕਸ ਦੇ ਵਿੱਚ ਦੇਖੀਏ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਸੋਲਵ ਕਰਾਂਗੇ? ਬ੍ਰੈਕਟ ਨੂੰ, ਦੈਟ ਇਜ਼ a plus b। ਸੋ a plus b ਦਾ ਆਪਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਫਾਰਮੂਲਾ ਆਪਾਂ ਕੀ ਯੂਜ਼ ਕਰਾਂਗੇ? ਪਹਿਲਾਂ ਆਪਰੈਂਡ 1, ਦੈਨ ਆਪਰੈਂਡ 2 ਤੇ ਲਾਸਟ ਦੇ ਵਿੱਚ ਆਪਰੇਟਰ। ਸੋ ਪਹਿਲਾਂ ਆਪਰੈਂਡ 1 ਕੀ ਹੈ? a, ਦੈਨ ਆਪਰੈਂਡ 2 b, ਉਸ ਤੋਂ ਬਾਅਦ ਆਪਰੇਟਰ। ਸੋ ਹੁਣ ਇਹ ਕੀ ਬਣ ਗਿਆ? ab plus। ਇਹਨੂੰ ਚਾਹੇ ਤੁਸੀਂ ਬ੍ਰੈਕਟ ਦੇ ਵਿੱਚ ਵੀ ਲਿਖ ਸਕਦੇ ਹੋ, ਦੈਨ ਮਲਟੀਪਲਾਈ ਬਾਈ c। ਹੁਣ ਇਹ ਬ੍ਰੈਕਟ ਨੂੰ ਆਪਾਂ ਇਕੱਠਾ ਲੈ ਕੇ ਚੱਲਦੇ ਹਾਂ, ਤੇ ਇਹ ਦੂਸਰਾ ਆਪਰੈਂਡ ਹੋ ਗਿਆ, ਇਹ ਫਸਟ ਆਪਰੈਂਡ ਹੋ ਗਿਆ, ਤੇ ਵਿਚਾਲੇ ਇਹਨਾਂ ਦੇ ਕੀ ਹੈ? ਆਪਰੇਟਰ, ਦੈਟ ਇਜ਼ ਮਲਟੀਪਲਾਈ। ਸੋ ਇਹਨੂੰ ਹੁਣ ਆਪਾਂ ਕਨਵਰਟ ਕਰਾਂਗੇ। ਫਸਟ ਆਪਰੈਂਡ ਕੀ ਹੈ? ab ਪਲੱਸ, ਇਹਨੂੰ ਐਜ਼ ਇਟ ਇਜ਼ ਲਿਖਾਂਗੇ, ਦੈਨ ਸੈਕਿੰਡ ਆਪਰੈਂਡ ਕੀ ਹੈ? c ਐਂਡ ਦੈਨ ਮਲਟੀਪਲਾਈ। ਸੋ ਇਹ ਕਨਵਰਟ ਹੋ ਗਿਆ ਆਪਣਾ ਪੋਸਟਫਿਕਸ ਨੋਟੇਸ਼ਨ ਦੇ ਵਿੱਚ। ਇਸੇ ਤਰੀਕੇ ਨਾਲ ਅਗਰ ਆਪਾਂ ਇੱਕ ਹੋਰ ਐਗਜ਼ਾਮਪਲ ਲਈਏ, ਦੈਟ ਇਜ਼ a plus b ਮਲਟੀਪਲਾਈ ਬਾਈ c plus d। ਤਾਂ ਹੁਣ ਦੇਖੋ ਇੱਥੇ ਕੀ ਹੋਏਗਾ? a plus b ਦਾ ਕੀ ਕਨਵਰਟ ਹੋਏਗਾ? ab plus, ਕਿਉਂਕਿ ਆਪਾਂ ਇਹਦੇ ਵਿੱਚੋਂ ਪਹਿਲਾਂ ਬ੍ਰੈਕਟ ਨੂੰ ਸੋਲਵ ਕਰਦੇ ਹਾਂ, ਦੈਨ ਇਹ ਬ੍ਰੈਕਟ ਨੂੰ ਵੀ ਪੈਰਲਲੀ ਸੋਲਵ ਕਰ ਲੈਂਦੇ ਹਾਂ, ਮਲਟੀਪਲਾਈ ਬਾਈ c d plus। ਹੁਣ ਇੱਥੇ ਇਹ ਇੱਕ ਆਪਰੈਂਡ ਹੋ ਗਿਆ, ਇਹ ਦੂਸਰਾ ਆਪਰੈਂਡ ਹੋ ਗਿਆ, ਤੇ ਇਨ ਬਿਟਵੀਨ ਇਹਨਾਂ ਦੇ ਆਪਰੇਟਰ ਹੈ ਮਲਟੀਪਲਾਈ।
ਸੋ ਇਹਨੂੰ ਵੀ ਆਪਾਂ ਐਜ਼ ਇਟ ਇਜ਼ ਲਿਖਾਂਗੇ ਹੁਣ AB ਪਲਸ ਫਸਟ ਓਪਰੈਂਡ ਆ ਗਿਆ, ਦੈਨ ਸੈਕੰਡ ਓਪਰੈਂਡ ਹੈ CD ਪਲਸ ਤੇ ਲਾਸਟ ਦੇ ਵਿੱਚ ਆਪਾਂ ਲਿਖਦੇ ਹਾਂ ਆਪਰੇਟਰ। ਸੋ ਇਹ ਆ ਗਿਆ ਪੋਸਟ ਫਿਕਸ ਨੋਟੇਸ਼ਨ। ਸੋ ਇਹ 'ਚ ਧਿਆਨ ਰੱਖਣਾ ਹੈ ਕਿ ਆਪਾਂ ਇਨਫਿਕਸ ਨੋਟੇਸ਼ਨ ਦੇ ਵਿੱਚ ਆਪਾਂ ਬ੍ਰੈਕਟਸ ਯੂਜ਼ ਕਰਦੇ ਹਾਂ, ਠੀਕ ਹੈ, ਜਿੱਦਾਂ ਇੱਥੇ ਵੀ ਬ੍ਰੈਕਟ ਯੂਜ਼ ਹੋ ਰਹੀ ਹੈ, ਬਟ ਪੋਸਟ ਫਿਕਸ ਨੋਟੇਸ਼ਨ ਦੇ ਵਿੱਚ ਆਪਾਂ ਕੋਈ ਵੀ ਬ੍ਰੈਕਟ ਯੂਜ਼ ਨਹੀਂ ਕਰਦੇ। ਇੱਥੇ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਜੋ ਵੀ ਇਮੀਡੀਏਟ ਓਪਰੈਂਡ ਹੈ ਉਹੀ ਜੋ ਵੀ ਇਮੀਡੀਏਟ ਆਪਰੇਟਰ ਹੈ ਉਹ ਆਪਣੇ ਇਮੀਡੀਏਟ ਓਪਰੈਂਡਸ ਦੇ ਉੱਤੇ ਹੀ ਆਪਰੇਸ਼ਨ ਪਰਫਾਰਮ ਕਰਦਾ ਹੈ। ਸੋ ਪਹਿਲਾਂ A ਪਲਸ ਆਪਰੇਟਰ AB ਦੇ ਉੱਤੇ ਪਰਫਾਰਮ ਕਰੇਗਾ, ਦੈਨ A ਪਲਸ ਆਪਰੇਟਰ CD ਦੇ ਉੱਤੇ ਪਰਫਾਰਮ ਕਰੇਗਾ, ਉਸ ਤੋਂ ਬਾਅਦ ਫਿਰ ਲਾਸਟ ਦੇ ਵਿੱਚ ਮਲਟੀਪਲਾਈ ਬਾਕੀਆਂ ਦੇ ਉੱਤੇ ਪਰਫਾਰਮ ਕਰੇਗਾ। ਸੋ ਦੀ ਪੋਸਟ ਫਿਕਸ ਨੋਟੇਸ਼ਨ ਇਜ਼ ਯੂਜ਼ਡ ਇਨ ਮੈਨੀ ਹਾਈ ਲੈਵਲ ਲੈਂਗੁਏजेस, ਕਾਫੀ ਯੂਜ਼ ਹੁੰਦੀ ਹੈ ਪੋਸਟ ਫਿਕਸ ਨੋਟੇਸ਼ਨ ਇਹ। ਨੈਕਸਟ ਗੱਲ ਕਰਦੇ ਹਾਂ ਸੈਕਿੰਡ ਟਾਈਪ ਹੈ ਪਾਰਸ ਟਰੀ। ਪਾਰਸ ਟਰੀ ਕੀ ਹੁੰਦਾ, ਇੱਕ ਜਿੱਦਾਂ ਤੁਸੀਂ ਡਾਇਗਰਾਮ ਦੇ ਵਿੱਚ ਵੀ ਦੇਖ ਰਹੇ ਹੋ, ਪਾਰਸ ਟਰੀ ਰਿਪਰੈਜ਼ੈਂਟ ਦੀ ਸੋਰਸ ਪ੍ਰੋਗਰਾਮ ਸਟੇਟਮੈਂਟ ਇਨ ਏ ਹਿਰਾਰਚੀਕਲ ਫਾਰਮ। ਸੋ ਇਹਦੇ ਵਿੱਚ ਆਪਾਂ ਹਿਰਾਰਕੀਕਲ ਫਾਰਮ ਦੇ ਵਿੱਚ ਲਿਖਦੇ ਹਾਂ, ਜਿੱਦਾਂ ਕਿ ਆਪਾਂ ਦੇਖਿਆ ਸੀ ਕਿ ਲਾਸਟ ਪੋਸਟ ਫਿਕਸ ਨੋਟੇਸ਼ਨ ਕੀ ਇੱਕ ਲੀਨੀਅਰ ਫਾਰਮ ਹੈ, ਇੱਕੋ ਹੀ ਲਾਈਨ ਦੇ ਵਿੱਚ ਆਪਾਂ ਲਿਖਦੇ ਹਾਂ। ਇੱਥੇ ਆਪਾਂ ਹਿਰਾਰਕੀਕਲ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ, ਇੱਕ ਟਰੀ ਦੀ ਫਾਰਮ 'ਚ ਰਿਪਰੈਜ਼ੈਂਟ ਕਰਦੇ ਇਹਨੂੰ। The rules for converting an arithmetic statement into a parse tree are any variable is a terminal node of the tree. So जिन्ने भी variable ने देखो अपने को अगर कोई statement एक cost, rate, start, finish ਇਹ ਸਾਰੇ ਕੀ ਨੇ terminal nodes ਨੇ, ਤੇ ਜਿਹੜੇ operator ਹੋਣਗੇ ਉਹ ਕੀ ਹੋਏਗਾ ਉਹਦੇ center ਦੇ ਉੱਤੇ ਉਹਨਾਂ ਦਾ parent node ਹੋਏਗੀ। ਸੋ ਆਪਾਂ ਇਹਨੂੰ solve ਕਰਕੇ ਦੇਖਦੇ ਹਾਂ ਕਿਦਾਂ solve ਹੋਏਗਾ ਇਹ पार्स ट्री। सपोज अपने को एक स्टेटमेंट है कोस्ट इज इक्वल टू रेट मल्टीप्लाई बाय स्टार्ट माइनस फिनिश प्लस टू मल्टीप्लाई बाय रेट इंटू स्टार्ट माइनस फिनिश माइनस 100। सो ये अपने को स्टेटमेंट है। इत्थे देखो हुण सब तो पहला आपां की सोल्व करांगे, सब तो पहला आपां की सोल्व करांगे ब्रैकेट। सो आप इनू लिखते हैं सब तो पहला केड़ी ब्रैकेट अपने को स्टार्ट माइनस फिनिश। सो इनू किवें लिखांगे, देखो स्टार्ट माइनस एंड फिनिश, यानी कि दोनों ऑपरेंड्स नीचे आएंगे तो ऑपरेटर कित्थे आएगा, इन्हां दे सेंटर दे विच इन्हां दा पेरेंट। सो स्टार्ट माइनस फिनिश ये हो गया है। दैन उस तो बाद नैक्सट ब्रैकेट करते आपां, इधर भी इदां ही है स्टार्ट माइनस फिनिश, ਇਹਦੇ ਵਿੱਚੋਂ ਵੀ ਪਹਿਲਾਂ स्टार्ट माइनस फिनिश होएगा। तो देखो स्टार्ट माइनस फिनिश ਤੇ ਹੁਣ ਇਹਨਾਂ ਦੋਨਾਂ ਦਾ ਮਾਈਨਸ ਕੀ ਹੈ 100। ਸੋ ਇਹ A ਵਾਲੀ ਬ੍ਰੈਕਟ ਹੋ ਗਈ। ਉਸ ਤੋਂ ਬਾਅਦ ਕੀ ਕਰਾਂਗੇ ਆਪਾਂ, ਰੇਟ ਇਨਟੂ स्टार्ट माइनस फिनिश, ਯਾਨੀ ਕਿ ਰੇਟ ਨੂੰ ਇਹਦੇ ਨਾਲ ਮਲਟੀਪਲਾਈ ਕਰਨਾ ਹੈ। ਸੋ ਆਪਾਂ ਲਿਖਾਂਗੇ ਇੱਥੇ ਰੇਟ मल्टीप्लाई बाय दिस। सो ये हो गया रेट इंटू स्टार्ट माइनस फिनिश, ये आ गया अपने को। इधर की है हम 2 इंटू रेट करांगे पहला, देखो 2 मल्टीप्लाई बाय रेट, तो ये सारा ये नाल मल्टीप्लाई हो रहा है। देखो ये सारा किहदे नाल मल्टीप्लाई हो रहा है, दिस ब्रैकेट दे नाल। सो इत्थे आ गया मल्टीप्लाई बाय दिस, ठीक है। सो हुण अपने को की आ गया रेट इंटू स्टार्ट माइनस फिनिश ये आ गया, देन 2 इंटू रेट इंटू स्टार्ट माइनस फिनिश माइनस 100 ये आ गया। इन्हां दोनों नूं आपां ने की करना है, प्लस करना है। सो इत्थों दी आ गया ये प्लस एंड दिस। सो प्लस इन्हां दा की है सारियां दा हुण पेरेंट है। देन सो हुण जो ये सारी स्टेटमेंट है इनू आपां की करना है, कोस्ट इज इक्वल टू दिस स्टेटमेंट। सो इत्थे आपां लिखांगे कोस्ट इज इक्वल टू दिस स्टेटमेंट। सो ये कन्वर्ट हो गया अपना पार्स ट्री दे विच। तो देखो डायग्राम दे विच भी यही है, कोस्ट इज इक्वल टू इधर की है देखो रेट इंटू स्टार्ट माइनस फिनिश, देन 2 इंटू स्टार्ट माइनस रेट सॉरी स्टार्ट माइनस फिनिश माइनस 100। ये रेट इहदे नाल है ते माइनस इन्हां दा पेरेंट है। सो इस तरीके नाल ये सॉल्व होएगी पार्स ट्री दे विच। देन नेक्स्ट टाइप है मैट्रिक्स। So matrix or triple is a linear representation of parse tree. So एक ये एक linear representation है। In matrix or triple, operations of the program are listed sequentially in the order they would be executed. So ਇਹਦੇ ਵਿੱਚ ਕੀ ਹੈ ਕਿ ਜਿਸ order ਦੇ ਵਿੱਚ ਉਹ execute ਹੋਣਗੇ ਉਸੇ order ਦੇ ਵਿੱਚ ਆਪਾਂ ਉਹਨਾਂ ਨੂੰ sequentially note ਕਰਾਂਗੇ।
ਸੋ ਈਚ ਮੈਟ੍ਰਿਕਸ ਐਂਟਰੀ ਹੈਜ਼ ਵਨ ਆਪਰੇਟਰ ਐਂਡ ਟੂ ਆਪਰੈਂਡਸ। ਸੋ ਹਰ ਇੱਕ ਐਂਟਰੀ ਦੇ ਵਿੱਚ ਆਪਾਂ ਇੱਕ ਆਪਰੇਟਰ ਲਿਖਾਂਗੇ ਤੇ ਦੋ ਆਪਰੈਂਡਸ ਹੋਣਗੇ। The operands are uniform symbol representing either variables, literals or other matrix entries. So ਇਹਦੇ ਵਿੱਚ ਕੀ operands ਕੀ ਹੋ ਸਕਦੇ ਨੇ, ਜਾਂ ਤਾਂ ਉਹ ਸਿੰਬਲ ਹੋ ਸਕਦੇ ਨੇ, ਕੋਈ ਵੀ ਵੇਰੀਏਬਲਸ ਹੋ ਸਕਦੇ ਨੇ, literals that is constants ਹੋ ਸਕਦੇ ਨੇ, ਜਾਂ ਫਿਰ ਕੋਈ ਵੀ ਮੈਟ੍ਰਿਕਸ ਦੀ ਪ੍ਰੀਵੀਅਸ ਐਂਟਰੀ ਹੋ ਸਕਦੀ ਹੈ। ਸੋ ਇਹਨੂੰ ਅਗਰ ਕਨਵਰਟ ਕਰਨਾ ਹੈ, ਦੇਖੋ ਇਹ ਕਨਵਰਟ ਹੋਇਆ ਹੋਇਆ ਸੇਮ ਸਟੇਟਮੈਂਟ ਆਪਾਂ ਲਈ ਹੈ ਤੇ ਕਨਵਰਟ ਹੋਇਆ ਹੋਇਆ ਮੈਟ੍ਰਿਕਸ ਦੇ ਵਿੱਚ। ਸੋ ਇਹ ਕਿਵੇਂ ਕਨਵਰਟ ਕਰਨਾ ਹੈ ਉਹਦੇ ਲਈ ਆਪਾਂ ਐਗਜ਼ਾਮਪਲ ਸੋਲਵ ਕਰਕੇ ਦੇਖਦੇ ਹਾਂ। ਸਪੋਜ਼ ਆਪਣੇ ਕੋਲ ਸਟੇਟਮੈਂਟ ਹੈ ਕੋਸਟ ਇਜ਼ ਇਕੁਅਲ ਟੂ ਰੇਟ ਇਨਟੂ ਸਟਾਰਟ ਮਾਈਨਸ ਫਿਨਿਸ਼ ਪਲੱਸ 2 ਇਨਟੂ ਰੇਟ ਇਨਟੂ ਸਟਾਰਟ ਮਾਈਨਸ ਫਿਨਿਸ਼ ਮਾਈਨਸ 100। ਸੋ ਸੇਮ ਹੀ ਸਟੇਟਮੈਂਟ ਲਈ ਆਪਾਂ ਇਹਨੂੰ ਅਕੋਰਡਿੰਗ ਟੂ ਆਰਡਰ ਆਫ ਐਗਜ਼ੀਕਿਊਸ਼ਨ ਆਪਾਂ ਨੋਟ ਕਰਾਂਗੇ ਮੈਟ੍ਰਿਕਸ ਦੇ ਵਿੱਚ। ਸੋ ਮੈਟ੍ਰਿਕਸ 'ਚ ਆਪਣੇ ਕੋਲ ਕੀ ਹੁੰਦਾ ਹੈ, ਆਪਰੇਟਰ, operand 1 and operand 2। ਸੋ ਆਪਣੇ ਕੋਲੇ ਤਿੰਨ ਐਂਟਰੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਕੀ ਸੋਲਵ ਕਰਾਂਗੇ, ਸਟਾਰਟ ਮਾਈਨਸ ਫਿਨਿਸ਼। ਸੋ ਫਰਸਟ ਐਂਟਰੀ ਕੀ ਹੋਏਗੀ, ਸਟਾਰਟ ਮਾਈਨਸ ਫਿਨਿਸ਼। ਇੱਥੇ ਆਪਰੇਟਰ ਕੀ ਹੈ, ਮਾਈਨਸ, operand 1 ਕੀ ਹੈ, ਸਟਾਰਟ, ਤੇ operand 2 ਕੀ ਹੈ, ਫਿਨਿਸ਼। ਉਸ ਤੋਂ ਬਾਅਦ ਜੋ ਇਹ ਸਟੇਟਮੈਂਟ ਆਈ ਹੈ ਇਹਨੂੰ ਆਪਾਂ ਮਲਟੀਪਲਾਈ ਕਰਨਾ ਹੈ ਰੇਟ ਦੇ ਨਾਲ। ਸੋ ਰੇਟ ਇਨਟੂ ਦਿਸ ਸਟੇਟਮੈਂਟ। ਸੋ ਸੈਕਿੰਡ ਐਂਟਰੀ ਕੀ ਹੋਏਗੀ, ਆਪਰੇਟਰ ਕੀ ਹੈ ਉੱਥੇ ਮਲਟੀਪਲਾਈ, ਫਰਸਟ ਆਪਰੈਂਡ ਕੀ ਹੈ ਰੇਟ, ਸੈਕਿੰਡ ਆਪਰੈਂਡ ਹੁਣ ਦੇਖੋ ਕੀ ਹੋਏਗਾ ਸਟਾਰਟ ਮਾਈਨਸ ਫਿਨਿਸ਼। ਸੋ ਇਹਨੂੰ ਆਪਾਂ ਸਟਾਰਟ ਮਾਈਨਸ ਫਿਨਿਸ਼ ਨਹੀਂ ਲਿਖਾਂਗੇ, ਸਟਾਰਟ ਮਾਈਨਸ ਫਿਨਿਸ਼ ਆਪਣੇ ਕੋਲ ਕੀ ਆ ਗਿਆ, ਫਰਸਟ ਐਂਟਰੀ। ਸੋ ਇਹਨੂੰ ਆਪਾਂ M1 ਵੀ ਕਹਿ ਸਕਦੇ ਹਾਂ, ਇਸ ਕਰਕੇ ਆਪਾਂ ਇੱਥੇ ਲਿਖਾਂਗੇ M1। ਸੋ ਇਹ ਕੀ ਹੋ ਗਿਆ, ਰੇਟ ਇਨਟੂ M1। M1 ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਸਟਾਰਟ ਮਾਈਨਸ ਫਿਨਿਸ਼। ਸੋ ਆਪਣੇ ਕੋਲ ਇਹ ਆ ਗਿਆ ਸੋਲਵ ਹੋ ਕੇ ਦਿਸ, यानी कि अपने को की है M2 है ये सारा रेट इंटू स्टार्ट माइनस फिनिश। देन इस तो बाद की करना अपने 2 इंटू रेट, थर्ड ते की है मल्टीप्लाई बाय 2 इंटू रेट। देन इनू मल्टीप्लाई करना है ये। सो पहला आप इनू सोल्व करते हैं क्योंकि ये ब्रैकेट है, स्टार्ट माइनस फिनिश। फोर्थ ते की है पहला स्टार्ट माइनस फिनिश। ਹੁਣ ਇਹਦੇ ਵਿੱਚੋਂ ਆਪਾਂ ਨੇ ਮਾਈਨਸ ਕਰਨਾ ਹੈ 100 ਨੂੰ, ਯਾਨੀ ਕਿ 5th ਦੇ ਵਿੱਚ ਮਾਈਨਸ ਕਿਸ ਚੋਂ ਮਾਈਨਸ ਕਰਨਾ ਹੈ, M4 ਦੇ ਵਿੱਚੋਂ ਮਾਈਨਸ ਕਰਨਾ ਹੈ 100 ਨੂੰ। ਸੋ M4 ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਸਟਾਰਟ ਮਾਈਨਸ ਫਿਨਿਸ਼ ਤੇ ਮਾਈਨਸ 100। ਸੋ ਇਹ ਆ ਗਿਆ ਆਪਣੇ ਕੋਲ M5। ਸੋ ਇਹਨੂੰ ਮਲਟੀਪਲਾਈ ਕਰਨਾ ਹੁਣ 2 ਇੰਟੂ ਰੇਟ ਦੇ ਨਾਲ। 2 ਇੰਟੂ ਰੇਟ ਕਿੱਥੇ ਆਪਣੇ ਕੋਲ, M3 ਦੇ ਵਿੱਚ। ਸੋ ਇਸ ਕਰਕੇ ਮਲਟੀਪਲਾਈ ਬਾਈ M3 ਇੰਟੂ M5। ओके, सो M3 किनू रिप्रेजेंट कर रहे सी रेट इंटू 2 नू, ते M5 किनू रिप्रेजेंट कर रहे सी स्टेटमेंट नू स्टार्ट माइनस फिनिश माइनस 100। सो इस करके आप इत्थे लिखे M3 इंटू M5। सो हुण अपने कोल ये सारा भी सोल्व हो गया ते ये भी सोल्व हो गया। दोनों नू की करना अपने ऐड करना है। सो प्लस ये कित्थे पिया है M2 दे विच, ये सारा कित्थे आया अपने कोल M6 च। ओके, सो हुणे सारा सोल्व हो चुके हैं। लास्ट दे विच आपां इहनूं किस च असाइन करना है, कोस्ट दे विच। सो कोस्ट इज इक्वल टू दिस स्टेटमेंट। सो ये सारी स्टेटमेंट कित्थे आई है अपने कोल सोल्व हो के 7 दे विच। सो ऑपरेटर इत्थे की है इक्वल टू फर्स्ट ऑपरेंड की है कोस्ट, ते लास्ट दे विच आपां की लिखांगे M7। सो इहदे नाल की है ये सारा रिप्रेजेंट हो गया मैट्रिक्स फॉर्म दे विच, जिहदे विच अपने कोल एक ऑपरेटर होएगा ਤੇ ਦੋ ਆਪਰੈਂਡਸ ਹੋਣਗੇ। ਤੇ ਇਹਨਾਂ ਨੂੰ ਸਾਰਿਆਂ ਨੂੰ ਸੀਕੁਐਂਸ ਵਾਈਜ਼ ਹੀ ਨੋਟ ਕਰਨਾ, ਇਹ ਨਹੀਂ ਹੈ ਕਿ ਕਿਤੇ ਵੀ ਆਪਾਂ ਕੋਈ ਵੀ ਸੀਕੁਐਂਸ ਲਿਖ ਦਾਂਗੇ। ਜਿਸ ਸੀਕੁਐਂਸ 'ਚ ਉਹ ਐਗਜ਼ੀਕਿਊਟ ਹੋਣਗੇ ਉਸੇ ਸੀਕੁਐਂਸ 'ਚ ਆਪਾਂ ਨੋਟ ਕਰਾਂਗੇ। ਸੋ ਐਗਜ਼ੀਕਿਊਟ ਸਭ ਤੋਂ ਪਹਿਲਾਂ ਬ੍ਰੈਕਟਸ ਹੁੰਦੀਆਂ ਨੇ, ਸੋ ਇਸ ਕਰਕੇ ਆਪਾਂ ਇਹਨਾਂ ਨੂੰ ਨੋਟ ਕਰਦੇ ਹਾਂ। ਸੋ ਜਿਵੇਂ ਜਿਵੇਂ ਉਹਨਾਂ ਦਾ ਸੀਕੁਐਂਸ ਹੋਏਗਾ ਉਸੇ ਸੀਕੁਐਂਸ 'ਚ ਆਪਾਂ ਉਸੇ ਪ੍ਰੈਜ਼ੀਡੈਂਸ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਨੋਟ ਕਰਾਂਗੇ। ਪ੍ਰੈਜ਼ੀਡੈਂਸ ਹੁੰਦਾ ਜਿਸ ਪ੍ਰਾਇੋਰਟੀ ਦੇ ਅਕੋਰਡਿੰਗ ਉਹ ਐਗਜ਼ੀਕਿਊਟ ਹੋਣਗੇ। ਸੋ ਇਹ ਸੀ ਮੈਟ੍ਰਿਕਸ ਫਾਰਮ ਫॉर ਲੀਨੀਅਰ ਰਿਪਰੈਜ਼ੈਂਟੇਸ਼ਨ। सो ये जो तीन मैथड आप किए हैं पोस्टफिक्स, पार्स ट्री एंड मैट्रिक्स। सो ये तीनों रिप्रजेंटेशन की ने अर्थमैटिक स्टेटमेंट्स दियां। सो अपने को तीन तरह दी स्टेटमेंट्स ने, अर्थमैटिक स्टेटमेंट, नॉन अर्थमैटिक और नॉन एग्जीक्यूटेबल स्टेटमेंट। सो अर्थमैटिक स्टेटमेंट आप देख चुके हैं, इनू आप कन्वर्ट कर सकते हैं तीन मैथड के थ्रू, पोस्टफिक्स, पार्स ट्री और मैट्रिक्स। नैक्सट है
ਇੰਟਰਮੀਡੀਏਟ ਫਾਰਮ ਫॉर ਨੋਨ ਅਰਥਮੈਟਿਕ ਸਟੇਟਮੈਂਟ। ਨੋਨ ਅਰਥਮੈਟਿਕ ਸਟੇਟਮੈਂਟ ਹੁੰਦੀਆਂ ਨੇ ਜੋ ਆਪਾਂ ਕੋਈ ਵੀ ਕੰਡੀਸ਼ਨਲ ਸਟੇਟਮੈਂਟ ਯੂਜ਼ ਕਰਦੇ ਹਾਂ, ਲੂਪਿੰਗ ਸਟੇਟਮੈਂਟ ਯੂਜ਼ ਕਰਦੇ ਹਾਂ ਜਾਂ ਕੋਈ ਜੰਪਿੰਗ ਸਟੇਟਮੈਂਟ ਯੂਜ਼ ਕਰਦੇ ਹਾਂ, ਉਹਨਾਂ ਸਟੇਟਮੈਂਟਸ ਨੂੰ ਆਪਾਂ ਬੋਲਦੇ ਹਾਂ ਨੋਨ ਅਰਥਮੈਟਿਕ ਸਟੇਟਮੈਂਟ। ਸੋ ਦੀ ਇੰਟਰਮੀਡੀਏਟ ਫਾਰਮ ਫॉर ਨੋਨ ਅਰਥਮੈਟਿਕ ਸਟੇਟਮੈਂਟਸ ਇਜ਼ ਮੈਟ੍ਰਿਕਸ। ਇਹਦੇ ਵਿੱਚ ਆਪਾਂ ਇਹਨੂੰ ਕਿਹਦੇ ਥਰੂ ਰਿਪਰੈਜ਼ੈਂਟ ਕਰ ਸਕਦੇ ਹਾਂ? ਮੈਟ੍ਰਿਕਸ ਦੇ ਥਰੂ। The various non-arithmetic statements like do, if, go to, etc. can all be represented in matrix entries. So ਇਹਨਾਂ ਨੂੰ ਆਪਾਂ matrix entries 'ਚ define ਕਰਾਂਗੇ। The operators in the matrix are defined in later phase of compiler. So operator ਆਪਾਂ ਹਜੇ 'ਚ ਨੋਟ ਨਹੀਂ ਕਰਾਂਗੇ, ਉਹਨੂੰ ਆਪਾਂ later stage ਤੇ ਨੋਟ ਕਰ ਸਕਦੇ ਹਾਂ। ਸੋ ਦੇਖੋ ਆਪਣੇ ਕੋਲ ਅਗਰ ਦੋ ਸਟੇਟਮੈਂਟ ਨੇ, ਐਗਜ਼ਾਮਪਲ ਦੇ ਤੌਰ ਤੇ ਅਗਰ ਲਈਏ ਰਿਟਰਨ ਕੋਸਟ। ਸੋ ਪਹਿਲਾਂ ਆਪਾਂ ਰਿਟਰਨ ਲਿਖਾਂਗੇ ਦੈਨ ਕੋਸਟ। ਸਿੰਪਲ ਹੈ, ਇਹ ਕਾਫੀ ਈਜ਼ੀ ਹੈ। ਦੈਨ ਐਂਡ ਨੂੰ ਵੀ ਆਪਾਂ ਐਜ਼ ਇਟ ਇਜ਼ ਲਿਖ ਲਾਂਗੇ। ਸੋ ਇੱਥੇ ਕਾਫੀ ਈਜ਼ੀ ਹੈ। ਨੋਨ ਅਰਥਮੈਟਿਕ ਸਟੇਟਮੈਂਟ ਨੂੰ ਕਿਹਦੇ ਥਰੂ ਕਨਵਰਟ ਕਰਦੇ ਆਪਾਂ? ਮੈਟ੍ਰਿਕਸ ਦੇ ਥਰੂ। ਸੋ ਮੇਨ ਇੰਪੋਰਟੈਂਟ ਇਹਦੇ ਵਿੱਚ ਤੁਸੀਂ ਅਰਥਮੈਟਿਕ ਸਟੇਟਮੈਂਟਸ ਹੀ ਕਰਨੀਆਂ ਨੇ। ਨੋਨ ਅਰਥਮੈਟਿਕ ਔਰ ਨੋਨ ਐਗਜ਼ੀਕਿਊਟਿਵ ਸਟੇਟਮੈਂਟ ਨੂੰ ਸਕਿਪ ਵੀ ਕਰ ਸਕਦੇ ਹੋ। ਨੈਕਸਟ ਹੈ ਇੰਟਰਮੀਡੀਏਟ ਫਾਰਮ ਫॉर ਨੋਨ ਐਗਜ਼ੀਕਿਊਟੇਬਲ ਸਟੇਟਮੈਂਟ। ਨੋਨ ਐਗਜ਼ੀਕਿਊਟੇਬਲ ਸਟੇਟਮੈਂਟਸ ਕਿਹੜੀਆਂ ਹੁੰਦੀਆਂ ਨੇ? ਜੋ ਡਿਕਲੇਰੇਸ਼ਨ ਕਰਦੇ ਆਪਾਂ। ਕੋਈ ਵੀ ਤੁਸੀਂ ਵੇਰੀਏਬਲ ਡਿਕਲੇਅਰ ਕੀਤਾ ਹੈ, ਕੋਈ ਫੰਕਸ਼ਨ ਡਿਕਲੇਅਰ ਕੀਤਾ ਹੈ ਜਾਂ ਕੋਈ ਕਨਸਟੈਂਟ ਡਿਕਲੇਅਰ ਕੀਤਾ ਹੈ। ਸੋ ਉਹ ਸਾਰੀਆਂ ਡਿਕਲੇਅਰ ਸਟੇਟਮੈਂਟਸ ਕਿਹੜੀਆਂ ਹੁੰਦੀਆਂ ਨੇ? ਨੋਨ ਐਗਜ਼ੀਕਿਊਟੇਬਲ ਸਟੇਟਮੈਂਟਸ ਹੁੰਦੀਆਂ ਨੇ। ਤੇ ਨੋਨ ਐਗਜ਼ੀਕਿਊਟੇਬਲ ਸਟੇਟਮੈਂਟ ਡੂ ਨਾਟ ਹੈਵ ਐਨੀ ਇੰਟਰਮੀਡੀਏਟ ਰਿਪਰੈਜ਼ੈਂਟੇਸ਼ਨ। ਇਹਨਾਂ ਦੀ ਕੋਈ ਇੰਟਰਮੀਡੀਏਟ ਰਿਪਰੈਜ਼ੈਂਟੇਸ਼ਨ ਨਹੀਂ ਹੁੰਦੀ, ਬਟ ਸਟਿਲ ਆਪਾਂ ਉਹਨਾਂ ਦਾ ਇੱਕ ਟੇਬਲ ਐਂਟਰੀ ਜ਼ਰੂਰ ਕ੍ਰੀਏਟ ਕਰਦੇ ਹਾਂ। तो देखो जिमें कि ਤੁਹਾਡੇ ਕੋਲ ਚਾਰ, ਇੱਕ ਆਪਾਂ ਪ੍ਰੀਵੀਅਸ ਜੋ ਐਗਜ਼ਾਮਪਲ 'ਚ ਚਾਰ ਵੇਰੀਏਬਲ ਲਏ ਨੇ, ਕੋਸਟ, ਰੇਟ, ਸਟਾਰਟ ਔਰ ਫਿਨਿਸ਼। ਉਹਨੂੰ ਆਪਾਂ ਇਸ ਤਰੀਕੇ ਨਾਲ ਟੇਬਲ ਦੇ ਵਿੱਚ ਐਂਟਰੀ ਉਹਦੀ ਨੋਟ ਕਰਾਂਗੇ। ਸੋ ਕੋਸਟ ਹੈ ਇੱਕ ਬਾਈਨਰੀ, ਉਹਦਾ ਬੇਸ ਹੋਏਗਾ, ਬਾਈਨਰੀ ਨੰਬਰ ਸਟੋਰ ਕਰਾਂਗੇ। ਸਕੇਲ ਉਹਦਾ ਫਿਕਸ ਹੋਏਗਾ, ਯਾਨੀ ਕਿ ਉਹਦੀ ਜੋ ਲੈਂਥ ਹੈ ਉਹ ਫਿਕਸ ਹੋਏਗੀ, ਦੈਟ ਇਜ਼ 31 ਬਿਟਸ। ਪ੍ਰੈਸੀਜਨ ਹੈ ਕਿ ਕਿੰਨੀਆਂ ਨੰਬਰ ਆਫ ਬਿਟਸ ਉਹ ਕੈਰੀ ਕਰ ਰਹੇ ਹੈ। ਸਟੋਰੇਜ ਕਲਾਸ ਉਹਦੀ ਕੀ ਹੈ? ਸਟੈਟਿਕ ਹੈ। ਤੇ ਉਹਦਾ ਐਡਰੈਸ ਕੀ ਹੈ? ਜੋ ਉਹਨੂੰ ਲੋਕੇਸ਼ਨ ਮਿਲੀ ਹੈ ਉਹਦਾ ਐਡਰੈਸ ਕੀ ਹੈ? ਕਿਉਂਕਿ ਇਹ 4 ਬਾਈਟਸ ਲੈ ਰਹੇ ਆ, ਇਸ ਕਰਕੇ ਇਹਨਾਂ ਦੀਆਂ ਲੋਕੇਸ਼ਨਸ ਵੀ 4 ਡਿਫਰੈਂਸ ਨੇ। ਪਹਿਲਾਂ 0, 1, 2 ਐਂਡ 3 ਕਿਹਨੂੰ ਮਿਲੀ ਹੈ? ਕੋਸਟ ਨੂੰ। 4, 5, 6 ਐਂਡ 7 ਇਹ ਰੇਟ ਨੂੰ ਮਿਲੀ ਹੈ। ਦੈਨ 8 ਐਡਰੈਸ ਹੋਏਗਾ ਸਟਾਰਟ ਦਾ ਐਂਡ 12 ਹੋਏਗਾ ਫਿਨਿਸ਼ ਦਾ। ਸੋ ਉਹਨਾਂ ਦੀ ਲੋਕੇਸ਼ਨ ਵੀ ਇੱਥੇ ਨੋਟ ਹੋਏਗੀ। ਇਸ ਤਰੀਕੇ ਨਾਲ ਇਹ ਜੋ ਇੰਟਰਮੀਡੀਏਟ ਫਾਰਮ ਫॉर ਨੋਨ ਐਗਜ਼ੀਕਿਊਟੇਬਲ ਸਟੇਟਮੈਂਟ ਹੈ, ਕੋਈ ਇਹਦੀ ਇੰਟਰਮੀਡੀਏਟ ਰਿਪਰੈਜ਼ੈਂਟੇਸ਼ਨ ਨਹੀਂ ਹੁੰਦੀ, ਬਟ ਸਟਿਲ ਆਪਾਂ ਇਹਦਾ ਇੱਕ ਟੇਬਲ ਜ਼ਰੂਰ ਕ੍ਰੀਏਟ ਕਰਦੇ ਹਾਂ। So you see third phase, that is intermediate code generation. Thank you.